कबीर दुनिया के दोखे मुआ, चालत कुल की कान। तब कुल किस का लाज सी, जब ले धरे मसान। कबीर दुनिया के दोखे मुआ, चालत कुल की कान। तब कुल किस का लाज सी, जब ले धरे मसान। कबीर डूबे गोरे बापुरे, बहु लोगन की कान। पारोसी के जो हुआ, तू अपने पी जान। कबीर भली मधु करी, नाना बिद को नाज। दावा काहू को नहीं, बड़ा देश बड़ राज। कबीर दावै दाजन होत है, निर्दावै रह निशंक। जो जन निर्दावै रहै, सो गणै इंद्र सोरंक। कबीर पाल समूहा सरवर भरा, पी ना सकै कोई नीर। भाग बड़े तैं पायो, तू भर भर पियो कबीर। कबीर पाल समूहा सरवर भरा, पी ना सकै कोई नीर। भाग बड़े तैं पायो, तू भर भर पियो कबीर। गुरु रूप गुरु प्यारी साध संगत जीओ, धन धन सतगुरु श्री गुरु ग्रंथ साहिब जी महाराज सच्चे पातशाह, जिन्हां दी पवित्र पावन बाणी दे नाल असीं अपना चित्त जोड़ रहे हैं। आओ सतगुरां दे पावन चरनां दे विच अपना सीस नवाईए ਅਤੇ ਭਗਤ ਕਬੀਰ ਸਾਹਿਬ ਦੇ ਚੱਲ ਰਹੇ ਪਾਵਨ ਸ਼ਲੋਕਾਂ ਦੀ ਜਿਹੜੀ ਵਿਚਾਰ ਹੈ, ਉਹਦੇ ਨਾਲ ਅਸੀਂ ਆਪਣਾ ਚਿੱਤ ਜੋੜੀਏ, ਧਿਆਨ ਜੋੜੀਏ ਜੀ। ਸਭ ਤੋਂ ਪਹਿਲਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਜਿਹੜੇ ਪਾਵਨ ਸ਼ਲੋਕ ਹੈ, ਜਿਨ੍ਹਾਂ ਦੀ ਆਪਾਂ ਵਿਚਾਰ ਲੰਮੇ ਸਮੇਂ ਤੋਂ ਕਰ ਰਹੇ ਹਾਂ, ਉਹਨਾਂ ਦੇ ਪਾਵਨ ਸ਼ਲੋਕਾਂ ਦੀ ਜਿਹੜੀ ਸਾਡੀ ਅੱਜ ਦੀ ਵੀਡੀਓ ਹੈ ਉਹ 34 ਨੰਬਰ ਹੈ, ਅਤੇ ਜਿਹੜੇ 5 ਸ਼ਲੋਕ ਆਪਾਂ ਲਏ ਹੈ ਉਹ 166 ਨੰਬਰ ਤੋਂ ਲੈ ਕੇ 170 ਨੰਬਰ ਤੱਕ ਹੈ। ਇਹਨਾਂ ਪਾਵਨ 5 ਸ਼ਲੋਕਾਂ ਦੇ ਵਿੱਚ ਕਬੀਰ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਉਹਦੇ ਉੱਤੇ ਥੋੜ੍ਹਾ ਜਿਹਾ ਫੋਕਸ ਕਰਨ ਦੀ ਲੋੜ ਹੈ। ਅਸੀਂ ਦੁਨੀਆਦਾਰ ਲੋਕ ਦੁਨੀਆ ਦੇ ਰੀਤੀ ਰਿਵਾਜਾਂ ਦੇ ਮੁਤਾਬਕ ਤੁਰਦੇ ਹਾਂ। ਕਈ ਵਾਰ ਅਸੀਂ ਦੁਨਿਆਵੀ ਤੌਰ 'ਤੇ ਦੂਸਰਿਆਂ ਦੀ ਰੀਸ ਕਰਦੇ ਕਰਦੇ ਇੰਨੀ ਵੱਡੀ ਮਾਰ ਖਾ ਜਾਂਦੇ ਹਾਂ, ਜਿਹਦਾ ਖਮਿਆਜਾ ਸਾਨੂੰ ਲੰਮੇ ਸਮੇਂ ਤੱਕ ਭੁਗਤਣਾ ਪੈਂਦਾ। ਸ਼ਾਇਦ ਸਾਡੀ ਲੋਕਾਂ ਦੀ ਇਹ ਸੋਚ ਬਣ ਚੁੱਕੀ ਹੈ ਕਿ ਜੇ ਮੈਂ ਲੋਕਾਂ ਦੇ ਮੁਤਾਬਕ ਨਾ ਤੁਰਿਆ, ਮੈਂ ਦੁਨੀਆ ਦੇ ਮੁਤਾਬਕ ਨਾ ਤੁਰਿਆ, ਤੇ ਪਤਾ ਨਹੀਂ ਦੁਨੀਆ ਮੈਨੂੰ ਐਕਸੈਪਟ ਕਰੇ, ਸਮਾਜ ਮੈਨੂੰ ਐਕਸੈਪਟ ਕਰੇ ਕਿ ਨਾ ਕਰੇ। ਇਸ ਲਈ ਸਮਾਜ ਵਿੱਚ ਬਹੁਤ ਸਾਰੇ ਐਸੇ ਕੰਮ ਆਮ ਕੀਤੇ ਜਾਂਦੇ ਨੇ, ਜਿਹੜੇ ਕੰਮ ਅਸੀਂ ਵੇਖਾ ਵੇਖੀ ਕਰਨ ਲੱਗ ਪੈਂਦੇ ਹਾਂ। ਜਿਵੇਂ ਸਿਆਣਿਆਂ ਨੇ ਇੱਕ ਬੜੀ ਸੋਹਣੀ ਗੱਲ ਬਣਾਈ ਹੈ ਕਿ ਭੇਡ ਚਾਲ ਨੂੰ ਦੁਨੀਆ ਬਹੁਤ ਅਪਣਾਉਂਦੀ ਹੈ। ਜੇ ਇੱਕ ਭੇਡ ਜਿਹੜੀ ਸਾਹਮਣੇ ਲੱਗੀ ਹੋਈ ਹੈ ਖੂਹ 'ਚ ਛਾਲ ਮਾਰ ਦੇਵੇ ਤੇ ਉਹਦੇ ਲਾਈਨ ਵਿੱਚ ਲੱਗੀਆਂ ਬਾਕੀ ਮਾਰ ਦਿੰਦੀਆਂ ਨੇ। ਭੇਡ ਚਾਲ ਤਾਂ ਹੀ ਆਖਿਆ ਜਾਂਦਾ ਕਿਉਂਕਿ ਰੀਸੋ ਰੀਸੀ ਉਹ ਕੰਮ ਕਰਦੀਆਂ ਨੇ। ਲੇਕਿਨ ਬੰਦੇ ਨੂੰ ਪਰਮਾਤਮਾ ਨੇ ਜਦੋਂ ਪੈਦਾ ਕੀਤਾ ਤਾਂ ਸਭਨਾਂ ਨੂੰ ਵੱਖੋ ਵੱਖਰਾ ਬ੍ਰੇਨ ਮਾਈਂਡ ਦਿੱਤਾ, ਸਾਰਿਆਂ ਨੂੰ ਵੱਖੋ ਵੱਖਰਾ ਦਿਮਾਗ ਦਿੱਤਾ। ਉਹ ਦਿਮਾਗ ਇਸ ਲਈ ਨਹੀਂ ਦਿੱਤਾ ਗਿਆ ਵੀ ਆਪਾਂ ਇੱਕ ਦੂਸਰੇ ਦੇ ਮੁਤਾਬਕ ਤੁਰੀਏ। ਉਹ ਦਿਮਾਗ ਇਸ ਲਈ ਦਿੱਤਾ ਗਿਆ ਕਿ ਆਪਣੀ ਸੋਚ ਦਾ ਵੀ ਇਸਤੇਮਾਲ ਕਰਨਾ ਹੈ। ਆਪਾਂ ਚੰਗੀ ਸੰਗਤ ਤਾਂ ਕਰਦੇ ਹਾਂ, ਦੂਸਰਿਆਂ ਦੀਆਂ ਗੱਲਾਂ ਤਾਂ ਸੁਣਦੇ ਹਾਂ ਕਿਉਂਕਿ ਚੰਗੀ ਸੰਗਤ ਵਿੱਚ ਚੰਗੇ ਵਿਚਾਰ ਮਿਲਦੇ ਨੇ, ਚੰਗੀਆਂ ਗੱਲਾਂ ਦਾ ਪਤਾ ਲੱਗਦਾ ਹੈ। ਲੇਕਿਨ ਸਮਾਜਿਕ ਤੌਰ 'ਤੇ ਆਪਾਂ ਬਹੁਤ ਸਾਰੇ ਇੱਦਾਂ ਦੇ ਕੰਮ ਕਰ ਲੈਂਦੇ ਹਾਂ, ਜਿੱਦਾਂ ਆਪਾਂ ਵਿਆਹਾਂ ਵਿੱਚ ਵੇਖਦੇ ਹਾਂ। ਵੇਖਾ ਵੇਖੀ ਹੈ ਕਿ ਮੁੰਡੇ ਨੇ ਜੀ ਚੱਪਣੀਆਂ ਭੰਨਣੀਆਂ, ਵੇਖਾ ਵੇਖੀ ਸਿਹਰਾ ਲਾਉਣਾ, ਵੇਖਾ ਵੇਖੀ ਕੁੜੀਆਂ ਨੂੰ ਕਲੀਰੇ ਬੰਨ੍ਹਣੇ, ਵੇਖਾ ਵੇਖੀ ਕੁਝ ਇਸ ਤਰ੍ਹਾਂ ਦੇ ਕੰਮ, ਗਾਨੇ ਬੰਨ੍ਹਣੇ ਜਾਂ ਹੋਰ ਕਰਮਕਾਂਡ ਜਿਹੜੇ ਕਰਨੇ, ਉਹ ਵੇਖਾ ਵੇਖੀ ਤੁਰ ਪਏ। ਜੇਕਰ ਕੋਈ ਬੰਦਾ ਘਰਦਿਆਂ ਨਾਲ ਫਾਈਟ ਕਰ ਵੀ ਲਵੇ ਤੇ ਘਰ ਦੇ ਅੱਗੋਂ ਇਹ ਜਵਾਬ ਦਿੰਦੇ ਨੇ ਕਿ ਤੂੰ ਸਾਡੀ ਗੱਲ ਕਿਉਂ ਨਹੀਂ ਮੰਨਦਾ। ਇਹ ਸ਼ੁਰੂ ਤੋਂ ਕੰਮ ਚੱਲਦੇ ਆਏ, ਸ਼ੁਰੂ ਤੋਂ ਹੀ।
ਸੋ ਬਹੁਤ ਸਾਰੇ ਐਸੇ ਕੰਮ ਹੈ ਜਿਹੜੇ ਵੇਖਾ ਵੇਖੀ ਕੀਤੇ ਜਾਂਦੇ ਨੇ, ਜਿਨ੍ਹਾਂ ਦਾ ਫਾਇਦਾ ਕੋਈ ਵੀ ਨਹੀਂ ਹੁੰਦਾ, ਪਰ ਆਪਾਂ ਵੇਖਾ ਵੇਖੀ ਕਰਦਿਆਂ ਇਹ ਸੋਚ ਕੇ ਬਹਿ ਜਾਂਦੇ ਹਾਂ ਦੁਨੀਆ ਜਿਹੜੀ ਹੈ ਉਹਨੂੰ ਵੀ ਤਾਂ ਆਪਾਂ ਖੁਸ਼ ਕਰਨਾ। ਸੋ ਕਬੀਰ ਸਾਹਿਬ ਦੇ ਜਿਹੜੇ ਅੱਜ ਦੇ 5 ਸ਼ਲੋਕ ਹੈ ਉਹ ਬਹੁਤ ਕਮਾਲ ਦੀ ਸਾਨੂੰ ਸਿੱਖਿਆ ਦਿੰਦੇ। ਪਹਿਲਾਂ ਤਾਂ ਉਹਨਾਂ 5 ਸ਼ਲੋਕਾਂ 'ਚ ਕੀ ਕਿਹਾ ਗਿਆ ਥੋੜ੍ਹਾ ਜਿਹਾ ਆਪਾਂ ਵਿਚਾਰਦੇ ਹਾਂ। ਕਬੀਰ ਸਾਹਿਬ ਦਾ ਜਿਹੜਾ ਪਹਿਲਾ ਸ਼ਲੋਕ ਹੈ, ਭਾਵ 166 ਨੰਬਰ ਸ਼ਲੋਕ ਜਿਹੜਾ ਆਪਾਂ ਵਿਚਾਰਨਾ ਹੈ, ਉਹਦੇ ਵਿੱਚ ਕਬੀਰ ਸਾਹਿਬ ਨੇ ਬੜੀ ਕਮਾਲ ਦੀ ਗੱਲ ਆਖੀ। ਕਹਿੰਦੇ ਦੁਨੀਆ ਵੇਖਾ ਵੇਖੀ ਦੇ ਤੌਰ ਤੇ ਆਪੋ ਆਪਣੀ ਜਿਹੜੀ ਨਾ ਕੁੱਲ ਹੈ ਉਹਨੂੰ ਬਚਾਉਣ ਦੇ ਲਈ, ਵੀ ਮੇਰੀ ਕੁੱਲ ਨੂੰ ਕੋਈ ਮਾੜਾ ਨਾ ਕਹਿ ਦੇਵੇ, ਮੇਰੇ ਪਰਿਵਾਰ ਨੂੰ ਕੋਈ ਮਾੜਾ ਨਾ ਕਹਿ ਦੇਵੇ, ਲੋਕ ਕੀ ਕਰਦੇ ਹੈ ਕਿ ਕੁਝ ਰੀਤੀ ਰਸਮ ਰਿਵਾਜ ਕਰੀ ਤੁਰ ਜਾਂਦੇ। ਫਿਰ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਨੇ ਆਪਾਂ ਇਹ ਨਹੀਂ ਸੋਚਦੇ ਵੀ ਇੱਕ ਨਾ ਇੱਕ ਦਿਨ ਤਾਂ ਮੌਤ ਆ ਜਾਣੀ, ਮਰ ਤਾਂ ਆਪਾਂ ਸਾਰਿਆਂ ਨੇ ਜਾਣਾ, ਦੁਨੀਆ ਤੇ ਹਮੇਸ਼ਾ ਨਹੀਂ ਰਹਿਣਾ, ਪਰ ਕਿਉਂ ਨਾ ਆਪਾਂ ਉਹ ਕੰਮ ਕਰੀਏ ਜਿਹੜੇ ਕੰਮ ਸਾਡਾ ਗੁਰੂ ਕਹਿੰਦਾ। ਆਪਾਂ ਉਹ ਕੰਮ ਕਿਉਂ ਕਰਦੇ ਹਾਂ ਜਿਹੜੇ ਕੰਮ ਸਮਾਜ ਕਹਿੰਦਾ, ਪਰ ਕਿਉਂਕਿ ਆਪਾਂ ਸਮਾਜ ਵਿੱਚ ਰਹਿਣਾ ਇਸ ਲਈ ਆਪਾਂ ਸਮਾਜ ਦੀ ਜ਼ਿਆਦਾ ਸੁਣਦੇ ਹਾਂ, ਗੁਰੂ ਦੀ ਆਪਾਂ ਸੁਣਦੇ ਨਹੀਂ, ਗੁਰੂ ਦੇ ਵੱਲ ਆਪਾਂ ਧਿਆਨ ਦਿੰਦੇ ਨਹੀਂ। ਆਪਾਂ ਕਹਿੰਦੇ ਗੁਰੂ ਦਾ ਤਾਂ ਕੰਮ ਬੋਲਣਾ, ਜਿਵੇਂ ਬਹੁਤੇ ਸਿੱਖਾਂ ਦੀ ਸੋਚ ਬਣ ਗਈ ਸਵੇਰੇ ਸ਼ਾਮ ਗੁਰਦੁਆਰੇ ਜਾਣਾ ਚਾਹੀਦਾ ਹੈ, ਮੱਥਾ ਟੇਕਣਾ ਚਾਹੀਦਾ ਹੈ, ਗੋਲਕ 'ਚ ਪੈਸੇ ਪਾਉਣੇ ਚਾਹੀਦੇ ਹੈ, ਪੁੰਨ ਦਾਨ ਕਰਨਾ ਚਾਹੀਦਾ, ਇਹ ਤੋਂ ਅਗਾਂਹ ਕੁਝ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹਦਾ ਅਖੰਡ ਪਾਠ ਕਰਾਉਣਾ ਚਾਹੀਦਾ ਹੈ, ਸੰਪਟ ਪਾਠ ਕਰਾਉਣਾ ਚਾਹੀਦਾ ਹੈ, ਸਹਿਜ ਪਾਠ ਕਰਾਉਣਾ ਚਾਹੀਦਾ ਹੈ, ਮੰਨਣਾ ਨਹੀਂ। ਇਸ ਲਈ ਅਖੰਡ ਪਾਠ ਸਾਹਿਬ ਰਖਾਉਣ ਵਾਲੇ 99% ਅੱਜ ਦੇ ਸਿੱਖ ਸਿਰਫ ਰਖਾ ਕੇ 5 ਪੌੜੀਆਂ ਸੁਣ ਕੇ ਥੱਲੇ ਆ ਜਾਂਦੇ, ਉੱਤੇ ਉਦੋਂ ਹੀ ਚੜ੍ਹਦੇ ਹੈ ਜਦੋਂ ਉਹ ਭੋਗ ਪੈਣ ਵਾਲਾ ਹੁੰਦਾ, ਹੋਰ ਕੋਈ ਮਤਲਬ ਨਹੀਂ। ਗੁਰੂ ਦੇ ਰੂਮ ਦੇ ਵਿੱਚ ਕਮਰੇ 'ਚ ਉਦੋਂ ਹੀ ਆਉਣਾ ਆਪਾਂ ਜਦੋਂ ਭੋਗ ਪੈਣ ਵਾਲਾ, ਹੋਰ ਕੋਈ ਮਤਲਬ ਨਹੀਂ। ਇਸ ਲਈ ਇਹ ਵੀ ਇੱਕ ਰੀਤਾਂ ਬਣ ਗਈਆਂ। ਕੋਈ ਜੰਮਿਆ ਅਖੰਡ ਪਾਠ ਰਖਾਓ, ਮਰ ਗਿਆ ਤੇ ਅਖੰਡ ਪਾਠ ਰਖਾਓ, ਮਾੜੀ ਗੱਲ ਕੋਈ ਨਹੀਂ, ਪਰ ਮੈਂ ਇਹ ਗੱਲ ਕਹੀ ਨਾ ਪਿਆਰਿਓ, ਸੁਣੋਗੇ ਤੇ ਸਮਝੋਗੇ ਤੇ ਵਿਚਾਰੋਗੇ ਤੇ ਜੀਵਨ 'ਚ ਢਾਲੋਗੇ। ਆਪਾਂ ਸੁਣਦੇ ਹੀ ਨਹੀਂ ਤੇ ਵਿਚਾਰਨਾ ਕੀ। ਪੜ੍ਹਨ ਵਾਲੇ ਵੀ ਉੱਦਾਂ ਦੇ ਹੈ ਤੇ ਅਗਾਂਹ ਜਿਹੜੇ ਸੁਣਨ ਵਾਲੇ ਆ ਉਹ ਵੀ ਉੱਦਾਂ ਦੇ ਹੈ। ਸੋ ਇਹ ਜਿਹੜਾ ਸਾਡਾ ਸਮਾਜ ਹੈ ਇਹ ਇਸੇ ਤਰੀਕੇ ਨਾਲ ਤੁਰੀ ਜਾ ਰਿਹਾ, ਇੱਦਾਂ ਹੀ ਤੁਰੀ ਜਾ ਰਿਹਾ, ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਨੇ ਸੰਸਾਰ ਦੇ ਲੋਕੋ ਤੁਸੀਂ ਡੁੱਬੋਗੇ ਇੱਕ ਦਿਨ ਯਾਰ ਕਿਉਂ। ਕਹਿੰਦੇ ਮੌਤ ਤਾਂ ਹਰ ਬੰਦੇ ਨੂੰ ਆਉਣੀ, ਜੇ ਗਵਾਂਢੀ ਦੇ ਘਰ ਵਿੱਚ ਮੌਤ ਹੋਈ ਤੇ ਇਹ ਮਤ ਸੋਚ ਵੀ ਤੇਰੇ ਘਰ ਨਹੀਂ ਆਉਣੀ, ਤੇਰੇ ਘਰ ਵੀ ਆਏਗੀ, ਪਰ ਤੂੰ ਕਿਉਂ ਲੋਕਾਂ ਦੇ ਚੱਕਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਅਜਾਈਂ ਗਵਾ ਰਿਹਾ। ਫਿਰ ਕਬੀਰ ਸਾਹਿਬ ਨੇ ਇਹ ਵੀ ਗੱਲ ਆਖੀ, ਕਹਿੰਦੇ ਨੇ ਉਸ ਰਾਜ ਭਾਗ ਦਾ ਮੈਂ ਕੀ ਕਰਨਾ, ਜਿਸ ਰਾਜ ਭਾਗ ਦੇ ਕਾਰਨ ਮੈਨੂੰ ਰੱਬ ਯਾਦ ਨਹੀਂ ਆਉਂਦਾ। ਮੈਨੂੰ ਤਾਂ ਐਸੇ ਰਾਜ ਭਾਗ ਦੇ ਨਾਲੋਂ 36 ਪ੍ਰਕਾਰ ਦੇ ਭੋਜਨਾਂ ਨਾਲੋਂ ਵਧੀਆ ਖੁਰਾਕਾਂ ਨਾਲੋਂ ਮੰਗ ਕੇ ਖਾਧੀ ਹੋਈ ਜਿਹੜੀ ਇੱਕ ਭਿੱਖਿਆ ਹੈ ਉਹ ਜ਼ਿਆਦਾ ਚੰਗੀ ਹੈ, ਕਿਉਂਕਿ ਕਮ ਸੇ ਕਮ ਰੱਬ ਨੂੰ ਤਾਂ ਮੈਂ ਯਾਦ ਰੱਖਦਾ। ਵੇਖੋ ਕਿੰਨੀ ਕਮਾਲ ਦੀ ਉਹਨਾਂ ਨੇ ਗੱਲ ਆਖੀ। ਮਤਲਬ ਕਿ ਸਿੰਪਲ ਸਾਦਾ ਜੀਵਨ 100 ਗੁਣਾ ਚੰਗਾ ਹੈ ਜਿਹੜਾ ਪਰਮਾਤਮਾ ਨੂੰ ਯਾਦ ਰੱਖਦਾ। ਉਹ ਗਰੀਬੀ ਚੰਗੀ ਹੈ ਜਿਸ ਗਰੀਬੀ ਦੇ ਵਿੱਚ ਰੱਬ ਤਾਂ ਯਾਦ ਹੈ, ਜਦੋਂ ਅਮੀਰੀ ਆ ਗਈ ਤਾਂ ਪਰਮਾਤਮਾ ਨੂੰ ਭੁੱਲ ਗਏ। ਸੋ ਕਬੀਰ ਸਾਹਿਬ ਨੇ ਇਹ ਜਿਹੜੇ 5 ਸ਼ਲੋਕ ਹੈ ਜੋ ਸਾਡੀ ਝੋਲੀ 'ਚ ਪਾਏ, ਇਹਨਾਂ ਦੇ ਵਿੱਚ ਜੋ ਬਖਸ਼ਿਸ਼ਾਂ ਉਹਨਾਂ ਨੇ ਕਰ ਦਿੱਤੀਆਂ ਨੇ, ਆਓ ਉਹਦੇ ਨਾਲ ਅਸੀਂ ਅੱਖਰ ਬਾਈ ਅੱਖਰ ਸਾਂਝ ਪਾਈਏ ਤੇ ਸਮਝੀਏ ਕਿ ਬਾਬਾ ਜੀ ਕੀ ਕਹਿਣਾ ਚਾਹੁੰਦੇ। ਕਹਿੰਦੇ ਕਬੀਰ ਦੁਨੀਆ ਕੇ ਦੋਖੇ ਮੂਆ। ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੇ ਇਹਦੇ ਅਰਥ ਕੀਤੇ ਨੇ ਸੁਣਿਓ। ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਨੇ ਆਮ ਤੌਰ ਤੇ ਬੰਦਾ ਜਿਹੜਾ ਹੈ ਉਹ ਆਪਣੀ ਕੁੱਲ ਰੀਤ ਅਨੁਸਾਰ ਤੁਰਦਾ ਹੈ, ਚਾਲਤ ਕੁੱਲ ਕੀ ਕਾਣ। ਠੀਕ ਹੈ ਜੀ, ਪਰ ਇਸ ਖਿਆਲ ਨਾਲ ਕਿ ਦੁਨੀਆ ਮੈਨੂੰ ਕੀ ਆਖੇਗੀ, ਮੈਂ ਤਾਂ ਉਹ ਕੰਮ ਕਰਾਂਗਾ ਜਿਹੜੀ ਮੇਰੀ ਕੁੱਲ ਦੀ ਰੀਤ ਹੈ, ਜਾਂ ਜੋ ਸਮਾਜ ਜਿਹੜਾ ਉਹ ਕਹਿੰਦਾ ਮੈਂ ਤਾਂ ਉਹ ਕੰਮ ਕਰਾਂਗਾ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਇਸ ਲੋਕਾਚਾਰ ਨੂੰ ਛੱਡ ਕੇ ਭਗਤੀ ਕਰਨ ਵਾਲੇ ਸਤਸੰਗ ਵਾਲੇ ਰਸਤੇ ਵੱਲ ਇਹ ਬੰਦਾ ਨਹੀਂ ਤੁਰਦਾ, ਉੱਧਰ ਨਹੀਂ ਆਉਂਦਾ। ਲੋਕਚਾਰ, ਰੀਤੀ ਰਿਵਾਜ, ਕੁੱਲ ਦੀ ਲਾਜ, ਇਹਨਾਂ ਕੰਮਾਂ 'ਚ ਪੈ ਕੇ ਬੰਦਾ ਰੱਬ ਵੱਲ ਨਹੀਂ ਜੁੜਦਾ, ਪਰਮਾਤਮਾ ਵੱਲ ਨਹੀਂ ਜੁੜਦਾ। ਹੁਣ ਇਸ਼ਾਰਾ ਤਾਂ ਬੜਾ ਕਮਾਲ ਦਾ ਕਬੀਰ ਸਾਹਿਬ ਦਾ। ਕਬੀਰ ਸਾਹਿਬ ਨੇ ਆਖਿਆ ਵੀ ਮੈਂ ਜੋ ਵੇਖ ਰਿਹਾ ਲੋਕ ਪਖੰਡ ਕਰ ਰਹੇ, ਜੇ ਪਿਓ ਪੱਥਰ ਦੀ ਪੂਜਾ ਕਰਦਾ ਗਾਂ ਪੁੱਤ ਵੀ ਕਰਿਆ, ਗਾਂ ਉਹਦੇ ਪੁੱਤ ਵੀ ਕਰਨਗੇ।
कबीर साहब ने आख्या, मैं बहुत लोगों को समझाया, क्यों करते हो आ पखंड? तुलसी नूं मत्था टेकी जाने हो, पत्थरां नूं मत्था टेकी जाने हो, देवते बनाता तुसीं अग नूं, पानी नूं, जां होर चक्करां च पए हो। ये क्यों? जवाब मिलदा जी, साडी कुल दा ये रीति रिवाज है, साडे सियाणे भी यही काम करदे आ, आपां भी ते करना। पर कबीर साहब ने कहा, बहुत सारे ऐसे काम जिहड़े बेसमझी च आपां करी जांदे आ, पर उहदा फायदा कख भी नहीं। आपां सतसंग वाल नहीं जुड़ते, चंगी संगत वाल नहीं जुड़ते, चंगे पासे नहीं जुड़ते, नाम वाल नहीं जुड़ते, गुरु दियां बातां वाल नहीं जुड़ते, पर वो काम करी जाने जिहदा कोई मायना नहीं, जिहदा कोई मीनिंग नहीं। हुण कबीर साहब ने की किया, कहते ने, तब कुल किसका लाज सी। लाज सी दा मतलब शर्मशार होनी। जबले धरे मसान, जदों असीं शमशान घाट जा पहुंचे, जदों सानूं मौत आ गई, तो कबीर साहब कहते ने, परमात्मा का सिमरन छड्ड के इहो जे वाधू दे कीते कर्म कांड किसे लेखे नहीं आने। दसो उदों किहड़ी कुल शर्मशार होएगी जदों तुसीं शमशान घाट 'च जाके लम्मे पै गए। कहण दा मतलब है, मौत हर बंदे नूं आउणी है, सो मौत आउण तो पहिलां पहिलां चंगे काम कर लो। फोकट कम्मां वल ना जुड़ो, उहदा कोई फायदा नहीं। ये ना सोचो जी मेरा प्यो करदा सी, मेरा दादा भी करदा सी, परदादा मैं भी करना जी, कोई फायदा नहीं होना। वो काम करो जो गुरु कहता है। कबीर डूबे हैं गो रे बापरे, कहते ऐ विचारे बंदे तू डुबेगा एक दिन। बहुत लोगन की कान, लोगों के पिछे तुरदा होया भी मैं लोगों दी गल्लां फॉलो करनियां जी, मैं समाज के मुताबिक तुरना जी। कबीर साहब कहते ने, आ समाज समूह दी गल्लां छड्ड, डुबेगा तू एक दिन, याद रखें। पर उसी के जो हुआ तू अपने भी जान। इत्थे सदा किसी ने नहीं बह रहना। जे मौत किसी गवांढी के घर आ रही है, ये भी चेता रखी, कल नूं तेरे घर भी आउणी। बस आ समझण वाली गल है कि जे वो जा रहा है तो मैं भी जाना। बस दुनिया 'च सदा किसी ने नहीं बह रहना, तुर जाना संसार तो सारे ने, लेकिन चंगे काम करिए। कबीर भली मधुकरी, मधुकरी का मतलब होंदा है मंग के खाधी हुई चीज़, भाव के मंग के खाधा होया अनाज, रोटी पानी। कबीर भली मधुकरी नाना बित को नाज। कबीर साहब कहते ने, जायदादां दियां मल्लां मल्लण नालों, बहुता अमीर होण नालों, मंगता बन जान के, मंगता बन के रब दा नाम जपदे होया घर घर तो मंगी हुई रोटी खा लैनी चंगी है, जिस विच घर घर तो मंगण करके कई किस्मां दा नाना बिद को अनाज, कई किस्मां दा अनाज रलिया हुंदा, पर कम से कम बंदा रब नाल तां जुड़िया ना। हाँ जी, बहुतियां मल्लां मार के मैं रब तो गुरु नानक तो नहीं टुट गया। दावा काहू को नहीं बड़ा देश बड़ राज। कहते मंगता किसे जायदाद, किसे मलकीयत का हक नहीं बनता, सारा देश ही उसकी मलकीयत हुंदा, मतलब कि पूरी दुनिया ही उसकी जिहड़ी प्रॉपर्टी हुंदी है। इत्थे ये नहीं किहा भी मंगता बन के घर घर तो मंगो। उसका मतलब है कि जेकर कोई मंगता है, कोई बहुत गरीब इंसान है, पर जे वो रब नूं याद रखता तो घर घर तो मंग के खाण वाला भी उस बंदे नालों हज़ारां गुणा चंगा, जिहदे कोल बहुत जमीन जायदाद है, बहुत अमीर है, लेकिन वो परमात्मा तो दूर है, रब तो दूर है। ये समझाया गया। कबीर दावै दाजन होत है, निर्दावै रहे निशंक। हुण दावा करन दी गल है, मल्लां मारन दी गल है। कहंदे ने बहुतियां मल्लां मारन दे नाल अंदर ईरखा ते साड़ा पैदा हुंदा, आ भी मिल जे, आ भी मिल जे, आ भी मेरा, आ भी मेरा। पर जिहड़ा बंदा मंगता है, भाव जिहदे पल्ले कख भी नहीं, वो कोई मलकीयत नहीं बनाउंदा, कोई जायदादां नहीं बना रहा, जां बहुते ज़्यादा ना वो दावे नहीं रखदा, आ भी मैनूं मिल जे, आ भी मैनूं मिल जे। कहंदे ने जो जन निर्दावै रहे सो गणै इंद्र सो रंक। पर जिहड़ा बंदा कोई दावे दुवे नहीं करता, दुनिया में आके भी बहुत लोग पता मर जाना, ये बावजूद भी माड़े काम करी जाते, पाप कर करके जमीनां जायदादां हड़प्पां करी जाते लोगों दियां। पर कहते जिहड़ा बंदा नरले परिंदा इन्हां चीज़ों तो, वो बंदा दुनिया का सब तो अमीर इंसान है तो सब तो सुखी है। अखीरला जिहड़ा सलोक है कहते हैं, कबीर पाल समूहा सरवर भरा। समझियो, कहते ने कबीर साहब कहते सरोवर कंडियां तक नक्का नक पानी नाल भरिया होया, पी ना सकै कोई नीर, पर यह पानी कोई पी नहीं सकता। ये तो अमृत की गल है, नाम की गल है, आत्मक सुखां की गल है कि परमात्मा सब जगह ते मौजूद है, गुरु दियां रहमतां सब जगह ते मौजूद है। ये नक्का नक भरियां ने सरोवर दे नाल, पानी दे नाल, पर कोई इंसान पी नहीं सकता, क्योंकि आपां सारे दे सारे पुठियां कम्मां 'च माड़ियां कम्मां विच पए होए हैं, सानूं ये दिसदा ही नहीं है। भाग बड़े तैं पायो। कबीर साहब कहते तेरे वड्डे भाग है, तेनों ये मिल गया, तू भर भर पीओ। कबीर तू भर भर के भांडे पी इनू,
ਤੇ ਜ਼ਿੰਦਗੀ ਆਪਣੀ ਵਧੀਆ ਗੁਜ਼ਾਰ। ਕਬੀਰ ਸਾਹਿਬ ਨੇ ਕਿਹਾ ਕਿ ਐ ਬੰਦੇ ਜ਼ਿੰਦਗੀ ਨੂੰ ਉਹਦੇ ਲੇਖੇ ਲਾ, ਪਰਮਾਤਮਾ ਦੇ ਲੇਖੇ, ਉਹਦੇ ਪਿਆਰ ਦੇ ਲੇਖੇ, ਤਾਂ ਕਿ ਤੇਰੀ ਜਿਹੜੀ ਇਹ ਲਾਈਫ ਹੈ, ਤੇਰੀ ਜਿਹੜੀ ਇਹ ਜ਼ਿੰਦਗੀ ਹੈ, ਸੋਹਣੀ ਬਣੀ ਰਹੇ। ਸੋ ਆਓ ਪਿਆਰਿਓ, ਕਬੀਰ ਸਾਹਿਬ ਦੇ ਇਹ ਜਿਹੜੇ 5 ਸ਼ਲੋਕ ਨੇ, ਇਹਨਾਂ ਨੂੰ ਜੀਵਨ 'ਚ ਧਾਰੀਏ, ਵਸਾਈਏ ਤੇ ਗੁਰਬਾਣੀ ਦੇ ਮੁਤਾਬਕ ਤੁਰ ਕੇ ਆਪਣਾ ਜਿਹੜਾ ਜੀਵਨ ਹੈ ਉਹਨੂੰ ਸੁਹੇਲਾ ਬਣਾ ਕੇ ਜਾਈਏ। ਭੁੱਲ ਚੁੱਕ ਦੀ ਖਿਮਾ ਜੀ, ਇਤਨੀ ਬੇਨਤੀ ਸਵੀਕਾਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।